ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 12ਵੀਂ ਜਮਾਤ ਦੇ 94ਵੀਂ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਗੁਰਮਤ ਕਾਵਿ ਵਿੱਚ ਸ਼ਾਮਿਲ ਭਾਈ ਗੁਰਦਾਸ ਜੀ ਦੇ ਜੀਵਨ ਅਤੇ ਕਾਵਿ ਰਚਨਾ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਗੁਰਮਤ ਕਾਵਿ ਕੀ ਹੈ। ਗੁਰਮਤ ਕਾਵਿ ਧਾਰਾ ਗੁਰੂ ਕਾਲ ਜਾਂ ਮੁਗਲ ਕਾਲ 1501 ਈਸਵੀ ਤੋਂ 1700 ਈਸਵੀ ਤੱਕ ਦੀ ਪ੍ਰਮੁੱਖ ਕਾਵਿ ਧਾਰਾ ਹੈ। ਇਸ ਕਾਵਿ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੀ ਰਚਨਾ ਨਾਲ ਹੁੰਦਾ ਹੈ ਅਤੇ 1700 ਈਸਵੀ ਤੱਕ ਅਰਥਾਤ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਜੀਵਨ ਨਾਲ ਇਹ ਸਿਖਰ ਤੇ ਪੁੱਜਦੀ ਹੈ। ਇਹੋ ਕਾਲ ਹੀ ਮੁਗਲ ਰਾਜ ਦੀ ਚੜ੍ਹਦੀ ਕਲਾ ਦਾ ਕਾਲ ਸੀ ਅਤੇ ਇਸ ਤੋਂ ਮਗਰੋਂ ਉਸ ਦਾ ਪਤਨ ਆਰੰਭ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਗੁਰਮਤ ਕਾਵਿ ਧਾਰਾ ਨੂੰ ਵਾਰਾਂ ਦੁਆਰਾ ਲੋਕਪ੍ਰਿਯ ਬਣਾਇਆ। ਆਪ ਨੇ 39 ਵਾਰਾਂ ਦੀ ਰਚਨਾ ਕੀਤੀ। ਆਪ ਦੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਹਨਾਂ ਵਿੱਚ ਬੌਧਿਕਤਾ ਦਾ ਅੰਸ਼ ਪ੍ਰਦਾਨ ਹੈ। ਕਾਵਿ ਕਲਾ ਦੇ ਪੱਖੋਂ ਇਹ ਵਿਸ਼ੇਸ਼ਤਾਵਾਂ ਨਾਲ ਭਰਪੂਰ ਹਨ। ਇਹਨਾਂ ਵਿੱਚ ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ ਤੇ ਪੰਜਾਬੀ ਦੇ ਸ਼ਬਦਾਂ ਦੇ ਅਖੁੱਟ ਭੰਡਾਰ ਹਨ। ਭਾਈ ਸਾਹਿਬ ਨੇ ਲੋੜ ਅਨੁਸਾਰ ਨਵੇਂ ਸ਼ਬਦ ਵੀ ਘੜੇ ਹਨ। ਔਖੇ ਔਖੇ ਤੁਕਾਂਤ ਨਿਭਾਏ ਹਨ। ਬੇਅੰਤ ਉਪਮਾਵਾਂ, ਦ੍ਰਿਸ਼ਟਾਂਤਾਂ, ਪ੍ਰੋਟੋਕਤੀ ਤੇ ਸ਼ਕੋਕਤੀ ਅਲੰਕਾਰਾਂ ਤੇ ਹਵਾਲਿਆਂ ਦੀ ਵਰਤੋਂ ਕੀਤੀ ਹੈ। ਸੰਜਮ ਤੇ ਭਾਵਾਂ ਦੀ ਗੰਭੀਰਤਾ ਆਪ ਦੀ ਰਚਨਾ ਦਾ ਵਿਸ਼ੇਸ਼ ਗੁਣ ਹੈ, ਜਿਸ ਕਰਕੇ ਆਪ ਦੀਆਂ ਕਈ ਤੁਕਾਂ ਅਖਾਣਾਂ ਬਣ ਕੇ ਪ੍ਰਚਲਿਤ ਹੋ ਗਈਆਂ ਹਨ। ਭਾਈ ਗੁਰਦਾਸ ਜੀ ਦਾ ਜਨਮ 1559 ਈਸਵੀ ਵਿੱਚ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਆਪ ਸੰਸਕ੍ਰਿਤ ਦੇ ਭਾਰੀ ਪੰਡਿਤ ਅਤੇ ਗੁਰਮਤ ਦੇ ਅਨੁਯਾਈ ਸਨ। ਸਿੱਖ ਧਰਮ ਦੇ ਪ੍ਰਚਾਰ ਲਈ ਆਪ ਆਗਰਾ, ਬਨਾਰਸ ਆਦਿ ਕਈ ਥਾਵਾਂ 'ਤੇ ਗਏ। ਭਾਈ ਗੁਰਦਾਸ ਜੀ ਤੀਜੇ, ਚੌਥੇ, ਪੰਜਵੇਂ, ਛੇਵੇਂ ਗੁਰੂ ਸਾਹਿਬਾਨ ਦੇ ਸਮੇਂ ਗੁਰੂ ਘਰ ਦੀ ਸੇਵਾ ਵਿੱਚ ਜੁਟੇ ਰਹੇ। ਆਪਣੀ ਵਿਦਵਤਾ, ਸ਼ਰਧਾ ਅਤੇ ਸੇਵਾ ਭਾਵ ਕਾਰਨ ਆਪ ਗੁਰੂ ਸਾਹਿਬ ਦੇ ਹਜ਼ੂਰੀ ਸਿੱਖਾਂ ਵਿੱਚੋਂ ਗਿਣੇ ਜਾਂਦੇ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖਣ ਅਤੇ ਇਸ ਦੇ ਵਿਕਾਸ ਵਿੱਚ ਆਪ ਨੇ ਵੱਧ ਚੜ੍ਹ ਕੇ ਭਾਗ ਲਿਆ। ਆਪ ਨੂੰ ਗੁਰਸਿੱਖੀ ਦੇ ਪ੍ਰਚਾਰ ਲਈ ਗੁਰੂ ਸਾਹਿਬਾਂ ਵੱਲੋਂ ਭਿੰਨ-ਭਿੰਨ ਦੇਸ਼ਾਂ ਵਿੱਚ ਭੇਜਿਆ ਗਿਆ। ਚੌਥੇ ਗੁਰੂ ਰਾਮਦਾਸ ਜੀ ਦੇ ਸਮੇਂ ਭਾਈ ਗੁਰਦਾਸ ਜੀ ਆਗਰਾ ਵਿਖੇ ਧਰਮ ਪ੍ਰਚਾਰ ਲਈ ਗਏ ਹੋਏ ਸਨ। ਉਹ ਕੁਝ ਦੇਰ ਪਿੱਛੋਂ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ। ਉੱਥੇ ਉਹਨਾਂ ਨੂੰ ਪ੍ਰਿਥੀ ਚੰਦ ਦੀਆਂ ਚਾਲਾਂ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਉਹਨਾਂ ਨੇ ਬਾਬਾ ਬੁੱਢਾ ਜੀ ਅਤੇ ਹੋਰ ਸ਼ਰਧਾਲੂ ਸਿੱਖਾਂ ਨੂੰ ਇਕੱਠੇ ਕਰਕੇ ਪ੍ਰਿਥੀਏ ਦੀਆਂ ਫੈਲਾਈਆਂ ਹੋਈਆਂ ਝੂਠੀਆਂ ਖਬਰਾਂ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਸਿੱਖਾਂ ਵਿੱਚ ਕਈ ਗਲਤ ਫਹਿਮੀਆਂ ਨੂੰ ਵੀ ਦੂਰ ਕੀਤਾ। ਆਪ ਨੇ ਕਾਫੀ ਸਮਾਂ ਕਾਂਚੀ ਵਿੱਚ ਗੁਜ਼ਾਰਿਆ। ਆਪ ਜੀ ਨੇ ਸਿੱਖਾਂ ਵਿੱਚ ਦਸਵੰਧ ਕੱਢਣ ਦਾ ਰਿਵਾਜ ਵੀ ਪ੍ਰਚਲਿਤ ਕੀਤਾ।
ਭਾਈ ਗੁਰਦਾਸ ਜੀ 1637 ਈਸਵੀ ਵਿੱਚ ਅਕਾਲ ਚਲਾਣਾ ਕਰ ਗਏ। ਭਾਈ ਗੁਰਦਾਸ ਜੀ ਨੇ ਬ੍ਰਿਜ ਭਾਸ਼ਾ ਵਿੱਚ 556 ਕਵਿਤ ਸਵਈਏ ਰਚੇ ਅਤੇ ਪੰਜਾਬੀ ਵਿੱਚ 39 ਵਾਰਾਂ ਰਚੀਆਂ। ਭਾਈ ਸਾਹਿਬ ਦੀਆਂ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੋਣ ਦਾ ਮਾਣ ਪ੍ਰਾਪਤ ਹੈ। ਇਸ ਦਾ ਕਾਰਨ ਇਹ ਹੈ ਕਿ ਆਪ ਨੇ ਆਪਣੀਆਂ ਵਾਰਾਂ ਵਿੱਚ ਗੁਰਬਾਣੀ ਅਤੇ ਗੁਰਮਤਿ ਦੇ ਸੂਖਮ ਅਤੇ ਗੂੜ੍ਹ ਸਿਧਾਂਤਾਂ ਨੂੰ ਘਰੋਗੀ ਉਪਮਾਵਾਂ ਅਤੇ ਦ੍ਰਿਸ਼ਟਾਂਤਾਂ ਨਾਲ ਸਪਸ਼ਟ ਕਰਕੇ ਸਰਲ ਭਾਸ਼ਾ ਵਿੱਚ ਪੇਸ਼ ਕੀਤਾ ਹੈ। ਵਿਸ਼ੇ ਦੀ ਸੁਚੱਜੀ ਚੋਣ ਤੇ ਨਿਭਾ, ਖਿਆਲ ਉਡਾਰੀ, ਛੰਦ, ਤੋਲ, ਉਪਮਾ ਤੇ ਦ੍ਰਿਸ਼ਟਾਂਤ ਦੀ ਢੁਕਵੀਂ ਵਰਤੋਂ ਅਤੇ ਬੋਲੀ ਦੇ ਸੰਜਮ ਦੇ ਪੱਖੋਂ ਸ਼ਾਇਦ ਹੀ ਕੋਈ ਕਵੀ ਭਾਈ ਸਾਹਿਬ ਦਾ ਟਾਕਰਾ ਕਰ ਸਕਦਾ ਹੋਵੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਵਿਸ਼ਾ ਗੁਰਮਤਿ ਦੀ ਵਿਆਖਿਆ ਹੈ। ਸ੍ਰਿਸ਼ਟੀ ਰਚਨਾ ਅਤੇ ਰੱਬੀ ਪਸਾਰੇ ਬਾਰੇ ਆਪ ਦੇ ਵਿਚਾਰਾਂ ਦਾ ਆਧਾਰ ਗੁਰਮਤਿ ਹੀ ਹੈ। ਜਿਵੇਂ ਆਪ ਲਿਖਦੇ ਹਨ, ਪ੍ਰਿਥਮੈ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਕਾਈ। ਆਪ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ, ਆਪੇ ਆਪ ਉਪਾਏ ਕੈ, ਆਪੇ ਆਪਣਾ ਨਾਉ ਧਰਾਇਆ। ਆਪ ਨੇ ਸਪਸ਼ਟ ਕੀਤਾ ਹੈ ਕਿ ਸਤਿਗੁਰੂ ਹੀ ਪਾਰ ਬ੍ਰਹਮ ਅਤੇ ਪਰਮੇਸ਼ਰ ਹੈ। ਉਹ ਸਾਰਿਆਂ ਵਿੱਚ ਪ੍ਰਗਟ ਹੋ ਕੇ ਵੀ ਅਲੋਪ ਰਹਿੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਪਾਰ ਬ੍ਰਹਮ ਪੂਰਨ ਬ੍ਰਹਮ, ਆਦਿ ਪੁਰਖ ਹੈ ਸਤਿਗੁਰ ਸੋਈ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਹਨ, ਆਪੇ ਆਪ ਨਾ ਆਪ ਜਣਾਇਆ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰਮੁਖ, ਗੁਰੂ ਦੀ ਮਹਿਮਾ, ਸੇਵਾ, ਸਿਦਕ, ਨਿਮਰਤਾ, ਮਿਠਾਸ ਆਦਿ ਵਿਸ਼ਿਆਂ ਨੂੰ ਬਾਣੀ ਦੀ ਵਿਆਖਿਆ ਸਹਿਤ ਪੇਸ਼ ਕੀਤਾ ਹੈ। ਸਿੱਖ ਫਿਲਾਸਫੀ ਦੀ ਵਿਆਖਿਆ ਕਰਨ ਤੋਂ ਇਲਾਵਾ ਭਾਈ ਸਾਹਿਬ ਨੇ ਉੱਚ ਜੀਵਨ ਜਾਂਚ ਦਾ ਰਾਹ ਵੀ ਦੱਸਿਆ ਹੈ। ਆਪ ਨੇ ਕਰਮਕਾਂਡੀ ਚੱਕਰ ਵਿੱਚ ਫਸੇ ਹੋਏ ਜੀਵਾਂ ਨੂੰ ਗੁਰੂ ਧਾਰਨ ਕਰਨ ਲਈ ਪ੍ਰੇਰਿਆ ਹੈ। ਉਹਨਾਂ ਨੂੰ ਆਪਣੀਆਂ ਭੁੱਲਾਂ ਬਖਸ਼ਾਵਣ ਲਈ ਸਤਿਗੁਰੂ ਅੱਗੇ ਅਤੀ ਨਿਮਰਤਾ ਸਹਿਤ ਅਰਦਾਸ ਕਰਨ ਲਈ ਆਖਿਆ ਹੈ। ਇਸ ਰਚਨਾ ਵਿੱਚ ਭਾਈ ਗੁਰਦਾਸ ਜੀ ਨੇ ਰੁੱਖ, ਪਾਣੀ, ਸਿਰ ਅਤੇ ਪੈਰ ਅਤੇ ਧਰਤੀ ਦੇ ਨੀਵੇਂਪਨ ਦੇ ਦ੍ਰਿਸ਼ਟਾਂਤ ਦੇ ਕੇ ਦੱਸਿਆ ਹੈ ਕਿ ਜੋ ਨੀਵਾਂ ਹੁੰਦਾ ਹੈ ਉਹ ਸਭ ਤੋਂ ਉੱਚਾ ਗਿਣਿਆ ਜਾਂਦਾ ਹੈ। ਭਾਈ ਗੁਰਦਾਸ ਜੀ ਆਪਣੀ ਵਾਰ ਨਿਮਰਤਾ ਦਾ ਗੁਣ ਵਿੱਚ ਕਹਿੰਦੇ ਹਨ, ਸਿਰ ਤਲਵਾਇਆ ਬਿਰਖ ਹੈ, ਹੋਏ ਸਹਿਸ ਫਲ ਸੁਫਲ ਫਲੰਦਾ, ਨਿਰਮਲ ਨੀਰ ਵਖਾਣੀਐ, ਸਿਰ ਨੀਵਾਂ ਨਿਵਾਣ ਚਲੰਦਾ, ਸਿਰ ਉੱਚਾ ਨੀਵੇਂ ਚਰਨ, ਗੁਰਮੁਖ ਪੈਰੀ ਸੀਸ ਪਵੰਦਾ, ਸਬਦੂ ਨੀਵੀਂ ਧਰਤ ਹੋਏ, ਅੰਨ ਧਨ ਸਭ ਸੰਸਾਰ ਸੁਹੰਦਾ, ਧਨ ਧਰਤੀ ਉਹ ਥਾਉ ਧਨ, ਗੁਰਸਿੱਖ ਸਾਧੂ ਪੈਰ ਧਰੰਦਾ, ਚਰਨ ਧੂੜ ਪ੍ਰਦਾਨ ਕਰ, ਸੰਤ ਵੇਦ ਜਸ ਗਾਵੇ ਸੁਣੰਦਾ, ਵਡਭਾਗੀ ਪਾਖਾਕ ਲਹੰਦਾ। ਭਾਈ ਗੁਰਦਾਸ ਜੀ ਦੇ ਸਮੇਂ ਸਮਕਾਲੀ ਅਵਸਥਾ ਬੜੀ ਗਿਰਾਵਟ ਭਰੀ ਸੀ। ਪ੍ਰਿਥਵੀ ਪਾਪਾਂ ਨਾਲ ਭਰੀ ਪਈ ਸੀ। ਮਤ ਮਤਾਂਤਰ ਵੱਧ ਗਏ ਸਨ। ਲੋਕਾਈ ਹਉਮੈ ਵਿੱਚ ਸੜ ਰਹੀ ਸੀ। ਧਰਮ ਦੇ ਠੇਕੇਦਾਰ ਬ੍ਰਾਹਮਣ ਅਤੇ ਮੌਲਾਣੇ ਭੇਖਾਂ ਵਿੱਚ ਉਲਝੇ ਹੋਏ ਸਨ ਅਤੇ ਖਾਹ-ਮਖਾਹ ਇੱਕ ਦੂਜੇ ਨਾਲ ਖਹਿ ਖਹਿ ਕੇ ਮਰ ਰਹੇ ਸਨ। ਸਮਾਜਿਕ ਅਤੇ ਰਾਜਨੀਤਿਕ
ਸਥਿਤੀ ਹੋਰ ਵੀ ਭੈੜੀ ਸੀ। ਅਨਿਆਂ ਦਾ ਬੋਲਬਾਲਾ ਸੀ। ਭਾਈ ਸਾਹਿਬ ਨੇ ਸਤਿਗੁਰੂ ਨੂੰ ਸੱਚਾ ਪਾਤਸ਼ਾਹ ਅਤੇ ਦੁਨੀਆ ਦੇ ਬਾਦਸ਼ਾਹਾਂ ਨੂੰ ਕੂੜ ਆਖਿਆ ਹੈ। ਆਪ ਲਿਖਦੇ ਹਨ, ਪਈ ਗਿਲਾਨ ਜਗਤ ਵਿੱਚ 4 ਵਰਨ ਆਸ਼ਰਮ ਉਪਾਏ, 10 ਨਾਮ ਸੰਨਿਆਸੀਆਂ ਜੋਗੀ ਬਾਹਰ ਪੰਥ ਚਲਾਏ, ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ, ਬ੍ਰਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਈ। ਉਸ ਸਮੇਂ ਦੀ ਸਮਕਾਲੀ ਅਵਸਥਾ ਦਾ ਬਿਆਨ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ, ਕੱਲ ਆਈ ਕੁੱਤੇ ਮੁਹੀ ਖਾਜ ਹੋਵਾ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖੋਂ ਆਲਾਈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਗੁਰਮਤਿ ਦੀ ਵਿਆਖਿਆ ਕੀਤੀ ਹੈ। ਸ੍ਰਿਸ਼ਟੀ ਰਚਨਾ ਅਤੇ ਰੱਬੀ ਪਸਾਰੇ ਬਾਰੇ ਆਪਣੇ ਵਿਚਾਰਾਂ ਦਾ ਆਧਾਰ ਗੁਰਮਤਿ ਨੂੰ ਹੀ ਰੱਖਿਆ ਹੈ। ਸ੍ਰਿਸ਼ਟੀ ਰਚਨਾ ਅਤੇ ਰੱਬੀ ਪਸਾਰੇ ਬਾਰੇ ਆਪ ਦੇ ਵਿਚਾਰਾਂ ਦਾ ਆਧਾਰ ਗੁਰਮਤਿ ਹੀ ਹੈ। ਭਾਈ ਗੁਰਦਾਸ ਦੀ ਕਲਪਨਾ ਦਾ ਖੇਤਰ ਬੜਾ ਵਿਸ਼ਾਲ ਹੈ। ਵਲਵਲੇ ਦੀ ਥਾਂ ਬੌਧਿਕਤਾ ਅਤੇ ਬਾਹਰਮੁਖੀ ਬਿਰਤਾਂਤੀ ਅੰਸ਼ ਪ੍ਰਧਾਨ ਹੈ। ਆਪ ਨੇ ਪਹਿਲੀ ਵਾਰ ਵਿੱਚ ਪਹਿਲੇ 6 ਗੁਰੂ ਸਾਹਿਬਾਨ, 10ਵੀਂ ਵਾਰ ਵਿੱਚ ਪ੍ਰਸਿੱਧ ਭਗਤਾਂ ਅਤੇ 11ਵੀਂ ਵਾਰ ਵਿੱਚ ਕਈ ਗੁਰਸਿੱਖਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਹੈ। ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਪੰਜਾਬ ਦੇ ਕੇਂਦਰੀ ਅਤੇ ਦੱਖਣੀ ਪੱਛਮੀ ਪੰਜਾਬ ਦੀ ਬੋਲੀ ਵਰਤੀ ਹੈ। ਕਿਰਿਆਵਾਂ ਦਾ ਆਧਾਰ ਕੇਂਦਰੀ ਪੰਜਾਬੀ ਹੈ। ਪਹਿਲੀਆਂ 10 ਵਾਰਾਂ ਵਿੱਚ ਬ੍ਰਿਜ ਭਾਸ਼ਾ ਦੇ ਸ਼ਬਦ ਕਾਫੀ ਮਿਲਦੇ ਹਨ। ਬਾਕੀ ਵਾਰਾਂ ਵਿੱਚ ਟਕਸਾਲੀ ਅਤੇ ਠੇਠ ਪੰਜਾਬੀ ਵਰਤੀ ਹੈ। ਆਪ ਕੋਲ ਆਪਣੇ ਭਾਵਾਂ ਨੂੰ ਸਮਝਾਉਣ ਲਈ ਅਰਬੀ, ਫਾਰਸੀ, ਪੰਜਾਬੀ, ਬ੍ਰਿਜ ਭਾਸ਼ਾ ਅਤੇ ਸੰਸਕ੍ਰਿਤੀ ਦੇ ਸ਼ਬਦਾਂ ਦਾ ਅਟੁੱਟ ਭੰਡਾਰ ਸੀ। ਲੋੜ ਅਨੁਸਾਰ ਉਹਨਾਂ ਨੇ ਨਵੇਂ ਸ਼ਬਦ ਵੀ ਘੜੇ ਅਤੇ ਵਰਤੇ। ਭਾਈ ਗੁਰਦਾਸ ਜੀ ਨੇ ਅਰਬੀ, ਫਾਰਸੀ ਅਤੇ ਸੰਸਕ੍ਰਿਤ ਬ੍ਰਿਜ ਦੇ ਸ਼ਬਦਾਂ ਦੇ ਮੇਲ ਨਾਲ ਨਵੇਂ ਸਮਾਸ ਬਣਾਏ, ਜਿਵੇਂ ਧਰਮ ਈਮਾਨ, ਗਰਭ ਗੁਮਾਨ, ਸਿਫਤ ਸਲਾਹ, ਜੁਗ ਗਰਦੀ ਆਦਿ। ਭਾਈ ਸਾਹਿਬ ਦੀ ਬੋਲੀ ਉੱਪਰ ਪੂਰੀ ਪਕੜ ਸੀ। ਉਹਨਾਂ ਨੇ ਅਤ ਸੰਕੋਚ ਅਤੇ ਸੰਜਮ ਤੋਂ ਕੰਮ ਲੈਂਦੇ ਹੋਏ ਇੱਕ ਇੱਕ ਤੁਕ ਵਿੱਚ ਬੜੇ ਗੂੜ ਭਾਵਾਂ ਨੂੰ ਅੰਕਿਤ ਕੀਤਾ ਹੈ, ਜਿਸ ਕਰਕੇ ਆਪ ਦੇ ਕਈ ਵਾਕ ਅਖੌਤਾਂ ਬਣ ਗਏ ਹਨ, ਜਿਵੇਂ ਗਿੱਦੜ ਦਾਖ ਨਾ ਅੱਪੜੇ ਆਖੇ ਥੂ ਕੌੜੀ, ਨੱਚਣ ਨੱਚ ਨਾ ਜਾਣਈ ਆਖੇ ਭੂਏ ਸੌੜੀ, ਜੇਹਾ ਬੀਜੇ ਸੋ ਲੂਣੇ ਫਲ ਅੰਬ ਲਸੂੜੀ। ਭਾਈ ਗੁਰਦਾਸ ਜੀ ਅਲੰਕਾਰਾਂ ਤੇ ਹਵਾਲਿਆਂ ਦੇ ਬਾਦਸ਼ਾਹ ਸਨ। ਆਪ ਆਪਣੇ ਭਾਵ ਨੂੰ ਸਮਝਾਉਣ ਲਈ ਉਪਮਾਵਾਂ ਅਤੇ ਦ੍ਰਿਸ਼ਟਾਂਤਾਂ ਦਾ ਢੇਰ ਲਾ ਦਿੰਦੇ ਹਨ। ਇਹ ਭਾਈ ਗੁਰਦਾਸ ਜੀ ਦੀ ਦੂਜੀ ਵਾਰ ਦੀ 6ਵੀਂ ਪੌੜੀ ਹੈ। ਇਸ ਪੌੜੀ ਵਿੱਚ ਭਾਈ ਸਾਹਿਬ ਇਹ ਵਿਚਾਰ ਪੇਸ਼ ਕਰਦੇ ਹਨ ਕਿ ਜਿਸ ਤਰ੍ਹਾਂ ਇੱਕ ਤਾਂਬਾ ਸੰਗਤ ਦੇ ਭੇਦ ਕਰਕੇ ਕਈ ਰੂਪ ਵਟਾ ਲੈਂਦਾ ਹੈ, ਇਸੇ ਤਰ੍ਹਾਂ ਹੀ ਈਸ਼ਵਰ ਦੀ ਸੱਤਾ ਦੇ ਕਈ ਰੂਪ ਨਜ਼ਰ ਪੈਂਦੇ ਹਨ, ਪਰ ਫਿਰ ਵੀ ਉਹ ਇੱਕ ਅਤੇ ਨਿਰਲੇਪ ਹੈ। ਸਤਸੰਗ ਪਰਮਾਤਮਾ ਨੂੰ ਇਹੋ ਜਿਹਾ
ਜਾਣ ਕੇ ਉਸ ਦੇ ਗੁਣ ਗਾਉਂਦਾ ਹੈ। ਭਾਈ ਗੁਰਦਾਸ ਜੀ ਆਪਣੀ ਵਾਰ ਜਿਹੀ ਸੰਗਤ ਤੇਹਾ ਫਲ ਵਿੱਚ ਕਹਿੰਦੇ ਹਨ ਕਿ ਸੋਈ ਤਾਂਬਾ ਰੰਗ ਸੰਗ ਜਿਉ ਕਹਿਆ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸੀਸੇ ਸੰਗਤੀ ਪੰਘਾਰ ਭਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਕਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਭਾਈ ਸਾਹਿਬ ਦੀਆਂ ਵਾਰਾਂ ਦੀਆਂ ਪੌੜੀਆਂ ਦੀ ਹਰ ਤੁਕ ਅਲੰਕਾਰਾਂ ਨਾਲ ਸ਼ਿੰਗਾਰੀ ਹੋਈ ਮਿਲਦੀ ਹੈ। ਆਪ ਨੇ ਸ਼ਬਦ ਅਤੇ ਅਰਥ ਦੋਹਾਂ ਤਰ੍ਹਾਂ ਦੇ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਇਹ ਅਲੰਕਾਰ ਘਰੇਲੂ ਆਲੇ ਦੁਆਲੇ ਵਿੱਚੋਂ ਲਏ ਹੋਣ ਕਰਕੇ ਮਨੁੱਖ ਉੱਪਰ ਸਦੀਵੀ ਪ੍ਰਭਾਵ ਪਾਉਂਦੇ ਹਨ। ਜਿਵੇਂ ਆਪ ਲਿਖਦੇ ਹਨ, ਵਿਗੜੇ ਚਾਟਾ ਦੁੱਧ ਦਾ ਕਾਂਜੀ ਦੀ ਝੁਖੈ, ਸਹਿਸ ਮਣਾ ਰੂਈ ਜਲੈ ਚਿਨਗਾਰੀ ਤੁਖੈ। ਭਾਈ ਗੁਰਦਾਸ ਜੀ ਲਿਖਦੇ ਹਨ, ਵੜੀਐ ਕੱਜਲ ਕੋਠੜੀ ਮੂੰਹ ਕਾਲਖ ਮਲੀਐ, ਕੱਲਰ ਖੇਤੀ ਬੀਜੀਐ ਕਿਹੂ ਕਾਜ ਨਾ ਸਰੀਐ। ਇਸ ਤਰ੍ਹਾਂ ਭਾਈ ਗੁਰਦਾਸ ਜੀ ਅਲੰਕਾਰਾਂ ਅਤੇ ਹਵਾਲਿਆਂ ਦੇ ਬਾਦਸ਼ਾਹ ਸਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵਿਸ਼ੇ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਚੋਣ ਕੀਤੀ ਹੈ ਅਤੇ ਉਸ ਚੁਣੇ ਹੋਏ ਵਿਸ਼ੇ ਦਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਨਿਭਾ ਕੀਤਾ ਹੈ। ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਹੈ, ਇਸ ਵਿੱਚ ਭਾਈ ਸਾਹਿਬ ਨੇ ਸੱਚ ਦੇ ਗੁਣ ਅਤੇ ਝੂਠ ਦੇ ਔਗੁਣ ਦੱਸੇ ਹਨ। ਕੂੜ ਕਪਟ ਹਥਿਆਰ ਜਿਉ ਸੱਚ ਰਖਵਾਲਾ ਸਿਲੋ ਸੰਜੋਆ, ਕੂੜ ਵੈਰੀ ਨਿਤ ਜੋਹੰਦਾ ਸੱਚ ਸੁਮਿਤ ਹਿਮਾਇਤ ਹੋਆ, ਸੂਰ ਵੀਰ ਵਰਿਆਮ ਸੱਚ ਕੂੜ ਕੁੜਾਵਾ ਕਰਦਾ ਢੋਆ, ਨੇਚਲ ਸੱਚ ਸੁਥਾਈ ਹੈ ਲਰਜੇ ਕੂੜ ਕੁਥਾਈ ਖੜੋਆ, ਸੱਚ ਫੜ ਕੂੜ ਪਛਾੜਿਆ ਚਾਰ ਚੱਕ ਵੇਖਣ ਤ੍ਰੈ ਲੋਆ, ਕੂੜ ਕਪਟ ਰੋਗੀ ਸਦਾ ਸੱਚ ਸਦਾ ਹੀ ਨਵਾਂ ਨਿਰੋਆ, ਸੱਚ ਸੱਚਾ ਕੂੜ ਕੂੜ ਵਿਖੋਆ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਉਪਮਾ ਅਤੇ ਦ੍ਰਿਸ਼ਟਾਂਤ ਅਲੰਕਾਰਾਂ ਦੀ ਵਰਤੋਂ ਕੀਤੀ ਹੈ। ਜਿਵੇਂ ਭਾਈ ਗੁਰਦਾਸ ਜੀ ਦੀ ਵਾਰ ਹੈ, ਇਸ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਜਿਹੜੇ ਦੂਜਿਆਂ ਦੀ ਨਿੰਦਿਆ ਕਰਦੇ ਹਨ, ਉਹ ਆਪਣੇ ਇਸ ਪਾਪ ਦੀ ਮੈਲ ਧੋਣ ਵਿੱਚ ਹੀ ਆਪਣਾ ਅਮੋਲਕ ਜਨਮ ਹਾਰ ਬੈਠਦੇ ਹਨ। ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ, ਸੱਪੈ ਦੁੱਧ ਪਿਆਲੀਐ ਵਿਹੂ ਮੁਖੋਂ ਸੱਟੈ, ਪੱਥਰ ਪਾਣੀ ਰੱਖੀਐ ਮਨ ਹੱਠ ਨ ਘਟੈ, ਚੋਆ ਚੰਦਨ ਪਰ ਹਰੈ ਖਰ ਖੇ ਪਲਟੈ, ਤਿਉ ਨਿੰਦਕ ਪਰ ਨਿੰਦਹੂ ਹੱਥ ਮੂਲ ਨ ਹਟੈ, ਆਪਣ ਹੱਥੀਂ ਆਪਣੀ ਜੜ ਆਪ ਉਪਟੈ। ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿੱਚ ਵਿਅੰਗ ਦੀ ਵਰਤੋਂ ਬੜੀ ਸਫਲਤਾ ਨਾਲ ਕੀਤੀ ਹੈ। ਵਿਅੰਗ ਕਿਸੇ ਬੁਰਾਈ, ਔਗੁਣ, ਕੋਝ ਜਾਂ ਮੂਰਖਤਾ ਵੱਲ ਇੱਕ ਚੋਭਵਾਂ ਅਤੇ ਕਲਾਮਈ ਸੰਕੇਤ ਹੁੰਦਾ ਹੈ। ਇਸ ਰਚਨਾ ਵਿੱਚ ਭਾਈ ਗੁਰਦਾਸ ਜੀ ਨੇ ਦੱਸਿਆ ਹੈ ਕਿ ਮਾਂ ਪਿਓ ਦੀ ਸੇਵਾ ਨੂੰ ਛੱਡ ਕੇ ਹੋਰ ਕਰਮ ਧਰਮ ਕਰਨੇ ਸਫਲ ਨਹੀਂ ਹੁੰਦੇ ਅਤੇ ਨਾ ਹੀ ਗੁਰੂ ਪਰਮੇਸ਼ਰ ਦਾ ਭੇਤ ਪਾਇਆ ਜਾ ਸਕਦਾ ਹੈ। ਭਾਈ ਗੁਰਦਾਸ ਜੀ ਬੜੇ ਹੀ ਸੁਚੱਜੇ ਢੰਗ ਨਾਲ ਮਨੁੱਖ ਨੂੰ ਸਮਝਾਉਂਦੇ ਹਨ ਕਿ ਸਾਨੂੰ ਆਪਣੇ ਮਾਂ-ਬਾਪ ਦੇ ਨਾਲ
ਹਮੇਸ਼ਾ ਹੀ ਪਿਆਰ ਅਤੇ ਸਤਿਕਾਰ ਵਾਲਾ ਵਤੀਰਾ ਕਰਨਾ ਚਾਹੀਦਾ ਹੈ। ਮਾਪਿਆਂ ਨੂੰ ਛੱਡ ਕੇ ਕੋਈ ਵੀ ਕਰਮ ਧਰਮ ਸਫਲਾ ਨਹੀਂ ਹੁੰਦਾ। ਭਾਈ ਗੁਰਦਾਸ ਜੀ ਲਿਖਦੇ ਹਨ, ਮਾਂ ਪਿਓ ਪਰਹਰ ਸੁਣੇ ਵੇਦ ਭੇਦ, ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰਹਰ ਕਰੇ ਤਪ ਵਨ ਖੰਡ, ਭੁੱਲਾ ਫਿਰੇ ਬਿਬਾਣੀ। ਮਾਂ ਪਿਓ ਪਰਹਰ ਪਰੇ ਪੂਜ, ਦੇਵੀ ਦੇਵ ਨ ਸੇਵ ਕਮਾਣੀ। ਮਾਂ ਪਿਓ ਪਰਹਰ ਨਾਵਣਾ 68 ਤੀਰਥ ਘੁੰਮਣ ਵਾਣੀ। ਮਾਂ ਪਿਓ ਪਰਹਰ ਕਰੇ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਮਾਂ ਪਿਓ ਪਰਹਰ ਵਰਤ ਕਰ, ਮਰ ਮਰ ਜੰਮੇ ਭਰਮ ਭੁਲਾਣੀ। ਗੁਰ ਪਰਮੇਸ਼ਰ ਸਾਰ ਨਾ ਜਾਣੀ। ਵਿਅੰਗ ਦੇ ਨਾਲ ਨਾਲ ਭਾਈ ਸਾਹਿਬ ਦੀ ਰਚਨਾ ਵਿੱਚ ਸੁਲਝੇ ਹੋਏ ਕਲਾਕਾਰ ਵਰਗੇ ਹਾਸ ਰਸ ਦਾ ਪ੍ਰਯੋਗ ਵੀ ਮਿਲਦਾ ਹੈ। ਭਾਈ ਸਾਹਿਬ ਨੇ ਲੋਕ ਕਥਾਵਾਂ ਦੀ ਵਰਤੋਂ ਨਾਲ ਖੂਬ ਹਾਸ ਰਸ ਪੈਦਾ ਕੀਤਾ ਹੈ। ਜਿਵੇਂ ਆਪ ਲਿਖਦੇ ਹਨ, ਵੈਦ ਚੰਗੇਰੀ ਊਠਣੀ, ਲੈ ਸਿਲਵੱਟਾ ਕਚਰਾ ਭੰਨਾ। ਸੇਵਕ ਸਿੱਖੀ ਵੈਦਗੀ, ਮਾਰੀ ਬੁੱਢੀ ਰੋਮਨ ਰੰਨਾ। ਪਕੜ ਚਲਾਇਆ ਰਾਵਲੇ, ਪੌਂਦੀ ਉਗੜ ਗਏ ਸੁਕੰਨਾ। ਮਾਨਸ ਦੇਹੀ ਪਸ਼ੂ ਉਪੰਨਾ। ਭਾਈ ਗੁਰਦਾਸ ਜੀ ਇੱਕ ਚਿੱਤਰਕਾਰ ਵਾਂਗ ਸ਼ਬਦਾਂ ਦੁਆਰਾ ਸਾਰੇ ਦਾ ਸਾਰਾ ਚਿੱਤਰ ਅੱਖਾਂ ਦੇ ਸਾਹਮਣੇ ਲਟਕਾ ਦਿੰਦੇ ਹਨ। ਇਸ ਰਚਨਾ ਵਿੱਚ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰਮੁਖ ਲੋਕ ਵੜੇਵੇਂ ਵਾਂਗ ਆਪਾ ਵਾਰ ਕੇ ਤੇ ਕਈ ਤਰ੍ਹਾਂ ਦੇ ਦੁੱਖ ਸਹਿ ਕੇ ਲੋਕਾਂ ਦੇ ਪਰਦੇ ਢੱਕਦੇ ਹਨ। ਭਾਈ ਗੁਰਦਾਸ ਜੀ ਲਿਖਦੇ ਹਨ, ਹੋਏ ਵੜੇਵਾਂ ਜੱਗ ਵਿੱਚ, ਬੀਜੇ ਤਨ ਖੇ ਨਾਲ ਰਲਾਇਆ। ਬੂਟੀ ਹੋਏ ਕਪਾਹ ਦੀ, ਟਿੰਡੇ ਹੱਸ ਹੱਸ ਆਪ ਖਿੜਾਇਆ। ਦੁਹ ਮਿਲ ਵੇਲਣ ਵੇਲਿਆ, ਲੂ ਲੂ ਕਰ ਕਰ ਤੁੰਬ ਤੁੰਬਾਇਆ। ਪਿੰਜਣ ਪਿੰਜ ਉਡਾਇਆ, ਕਰ ਕਰ ਗੋੜੀ ਸੂਤ ਕਤਾਇਆ। ਤਨ ਬੁਣ ਖੁੰਬ ਚੜ੍ਹਾਏ ਕੇ, ਦੇ ਦੇ ਦੁੱਖ ਧੁਆਏ ਰੰਗਾਇਆ। ਕੈਂਚੀ ਕੱਟਣ ਕੱਟਿਆ, ਸੂਈ ਧਾਗੇ ਜੋੜ ਸਿਵਾਇਆ। ਲੱਜਣ ਕੱਜਣ ਹੋਏ ਕਜਾਇਆ। ਚੋਰ ਗਿਆ ਘਰ ਸ਼ਾਹ ਦੇ ਵਾਲੀ ਪੌੜੀ ਵਿੱਚ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਦੇਖੀਆਂ ਜਾ ਸਕਦੀਆਂ ਹਨ। ਭਾਈ ਗੁਰਦਾਸ ਜੀ ਨੇ ਲੋਕ ਪ੍ਰਿਯ ਕਾਵ ਰੂਪ ਵਾਰ ਦੀ ਵਰਤੋਂ ਕੀਤੀ ਹੈ। ਆਪ ਨੇ ਵਾਰ ਦੀ ਉਸਾਰੀ ਪੌੜੀਆਂ ਦੁਆਰਾ ਕੀਤੀ ਹੈ। ਹਰ ਪੌੜੀ ਜਿੱਥੇ ਵਾਰ ਦਾ ਇੱਕ ਅਨਿੱਖੜਵਾਂ ਅੰਗ ਹੈ, ਉੱਥੇ ਇਹ ਆਪਣੇ ਆਪ ਵਿੱਚ ਸੰਪੂਰਨ ਵੀ ਹੈ। ਆਪ ਨੇ ਪੌੜੀ ਦੀ ਅੰਤਲੀ ਤੁਕ ਦੁਹਰਾਓ ਨੂੰ ਕਈ ਵਾਰੀ ਅੱਧੀ ਰੱਖਿਆ ਹੈ। ਛੰਦਾਬੱਦੀ ਦੇ ਨਿਭਾਅ ਵਿੱਚ ਆਪ ਇੱਕ ਉਸਤਾਦ ਕਵੀ ਹੋਏ ਹਨ। ਆਪ ਨੇ ਪਹਿਲੀ ਵਾਰ ਵਿੱਚ ਮੱਧ ਤੁਕਾਂਤ ਵਾਲਾ ਛੰਦ ਵਰਤਿਆ ਅਤੇ ਕਈ ਵਾਰੀ ਆਪ ਨੇ ਮੱਧ ਅਤੇ ਅੰਤ ਦੋਹਾਂ ਥਾਵਾਂ 'ਤੇ ਤੁਕਾਂਤ ਮੇਲਿਆ ਹੈ। ਜਿਵੇਂ ਆਪ ਜੀ ਦੀ ਰਚਨਾ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਮਣਾ। ਸਬਰ ਸਿਦਕ ਸ਼ਹੀਦ ਭਰਮ ਪਉ ਖੋਵਣਾ। ਸਮੁੱਚੇ ਤੌਰ 'ਤੇ ਭਾਈ ਗੁਰਦਾਸ ਜੀ ਦਾ ਪੰਜਾਬੀ ਵਿੱਚ ਸਥਾਨ ਨਿਵੇਕਲਾ ਹੈ। ਉਹ ਇਤਿਹਾਸਕਾਰ, ਟੀਕਾਕਾਰ, ਵਿਆਖਿਆਕਾਰ, ਦਾਰਸ਼ਨਿਕ, ਸੂਫੀ, ਭਾਸ਼ਾ ਵਿਗਿਆਨੀ ਹੁੰਦੇ ਹੋਏ ਵੀ ਮੁੱਖ ਰੂਪ ਵਿੱਚ ਕਵੀ ਸਨ। ਆਪ ਪੰਜਾਬੀ ਸੱਭਿਅਤਾ, ਪੰਜਾਬੀ ਸਾਹਿਤ, ਪੰਜਾਬੀ ਚਿਤਰਨ, ਪੰਜਾਬੀ ਸੁਭਾਅ, ਪੰਜਾਬੀ ਭਾਸ਼ਾ ਅਤੇ ਪੰਜਾਬੀ ਦਰਿਆ ਦਿਲੀ ਦੇ
ਸਹੀ ਤਰਜਮਾਨ ਅਤੇ ਪ੍ਰਮਾਣਿਕ ਵਕਤਾ ਸਨ। ਧੰਨਵਾਦ।